एक मैंशन होर कर देना चाहुंदा कि जिहड़ी चिट्ठी ये 14 तरीक ਨੂੰ निकली इन्ना चिर डिले क्यों होया, ਉਹਦੇ भी कई रीजन आ। ਜਿਹੜਾ ਇੱਕ ਇੱਦਾਂ ਦੀ ਖਬਰ ਹੈਗੀ ਆ ਕਿ ਜਥੇਦਾਰ ਨੂੰ ਮਾਰਨ ਦੀ ਧਮਕੀ ਦੇ ਜਿਹੜੀ ਹੈਗੀ ਇਨਫੋਰਮੇਸ਼ਨ ਸਾਨੂੰ ਮਿਲੀ ਸੀ, ਜਿਹੜੀ ਕਿ ਮੈਨੂੰ ਪਾਸ ਕੀਤੀ ਗਈ, ਜਿਹੜੀ ਮੈਂ ਪੁਲਿਸ ਕੰਪਲੇਂਟ ਕੀਤੀ ਤੇ ਉਹਦੇ ਵਿੱਚ ਵੀ ਸਾਨੂੰ 12-14 ਘੰਟੇ ਜਿਹੜੇ ਹੈਗੇ ਆ ਉਹ ਲੰਘ ਗਏ। ਇਹਦਾ ਮਤਲਬ ਇਹ ਹੈਗਾ ਕਿ ਗੱਲ ਖਾਲੀ ਚਿੱਠੀ ਦੀ ਨਹੀਂ ਸੀ, ਚਿੱਠੀ ਤਾਂ ਇੱਕ ਉੱਪਰਲੀ ਪਰਤ ਸੀਗੀ। ਇਹਦਾ ਮਤਲਬ ਉਹਦੇ ਵਿੱਚ ਕੋਈ ਬਹੁਤ ਡੂੰਘੀ ਸਾਜ਼ਿਸ਼ ਹੈ ਜਿਹੜਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਅਟੈਕ ਹੈ। ਸਵਾਗਤ, ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸਰਦਾਰ ਗੁਰਮੇਲ ਸਿੰਘ ਮੱਲੀ ਲੰਡਨ ਤੋਂ, ਗੁਰਦੁਆਰਾ ਸਾਊਥ ਹਾਲ ਦੇ ਪ੍ਰਧਾਨ ਨੇ, ਔਰ ਇਹਨਾਂ ਦੇ ਨਾਲ ਨੇ ਉੱਗੇ ਸਿੱਖ ਸਕਾਲਰ ਗੁਰਚਰਨਜੀਤ ਸਿੰਘ ਲਾਂਬਾ। ਮੈਂ ਆਪ ਜੀ ਦੋਨਾਂ ਨੂੰ ਜੀ ਆਇਆਂ ਆਖਦਾ। ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵੱਡਾ ਮਸਲਾ ਜਿਨੇ ਪੰਥਕ ਹਲਕਿਆਂ ਦੇ ਵਿੱਚ ਕੰਬਣੀ ਛੇੜਤੀ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲੈ ਕੇ ਇੱਕ ਚਿੱਠੀ ਵਾਇਰਲ ਹੁੰਦੀ ਹੈ, ਔਰ ਉਸ ਚਿੱਠੀ ਦੀ ਭਰੋਸੇਯੋਗਤਾ ਨੂੰ ਲੈ ਕੇ ਦੇਰ ਤੱਕ ਕੋਈ ਸਪਸ਼ਟੀਕਰਨ ਨਹੀਂ ਆਉਂਦਾ ਤੇ ਮੀਡੀਆ ਦੇ ਵਿੱਚ ਤਰ੍ਹਾਂ ਦੀਆਂ ਅਫਵਾਹਾਂ ਫੈਲਦੀਆਂ। ਸ਼ਾਮ ਪੈਂਦੇ ਪੈਂਦੇ ਇਹ ਖਬਰ ਕਨਫਰਮ ਹੁੰਦੀ ਹੈ ਕਿ ਉਹ ਚਿੱਠੀ ਫੇਕ ਹੈ ਔਰ ਉਹਦੇ ਉੱਤੇ ਕੁਝ ਨਵੀਆਂ ਅਪਡੇਟਸ ਆਉਂਦੀਆਂ। ਸਾਡੇ ਨਾਲ ਮੱਲੀ ਸਾਹਿਬ ਨੇ, ਜਿਹੜੇ ਗੁਰਦੁਆਰਾ ਸਾਊਥ ਹਾਲ ਦੇ ਪ੍ਰਧਾਨ ਨੇ, ਇੱਕ ਜ਼ਿੰਮੇਵਾਰ ਅਹੁਦੇ ਤੇ ਨੇ ਔਰ ਸਿੰਘ ਸਾਹਿਬ ਦੇ ਨਾਲ ਪਿਛਲੇ ਦਿਨਾਂ 'ਚ ਰਹੇ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਮੱਲੀ ਸਾਹਿਬ ਪੁੱਛਣਾ ਚਾਹੂੰਗਾ ਕਿ ਦਰਅਸਲ ਇਹ ਮਾਜਰਾ ਕੀ ਹੈ? ਆਪ ਪੰਜਾਬ ਦੇ ਵਿੱਚ, ਇੰਡੀਆ 'ਚ ਤਾਂ ਇਸ ਤਰ੍ਹਾਂ ਦੀ ਪੋਲਿਟਿਕਸ ਸੁਣੀਦੀ ਆ, ਜੇ ਉੱਥੋਂ ਇਸ ਤਰ੍ਹਾਂ ਦੀਆਂ ਖਬਰਾਂ ਨਿਕਲਣ ਤਾਂ ਇਹ ਫਿਰ ਆਪਣੇ ਮੁਆਸ਼ਰੇ ਦੀ ਖਬਰ ਹੋਈ, ਆਪਣੇ ਭਾਈਚਾਰੇ ਦੀ ਖਬਰ ਹੋਈ। ਇਹ ਰਾਈਵਲਰੀ ਔਰ ਸ਼ਰੀਕੇਬਾਜ਼ੀ ਉੱਥੇ ਵੀ ਖੜੀ ਹੈ। ਇਹ ਖਬਰ ਦਰਅਸਲ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੰਧਾਵਾ ਸਰ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਰਾਤ ਦੇ 12 ਵਜੇ ਉੱਠ ਕੇ, ਜਦੋਂ ਤੁਹਾਨੂੰ ਪਤਾ ਲੱਗਾ ਵੀ ਜਿਹੜਾ ਤੁਸੀਂ ਸ਼ੋਅ ਕੀਤਾ ਸੀ ਉਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਅਸਲੀਅਤ ਤੋਂ ਤੁਸੀਂ ਅਣਜਾਣ ਸੀ। ਲੇਕਿਨ ਗੱਲ ਇਸ ਤਰ੍ਹਾਂ ਹੈ ਕਿ ਜਿਹੜੀ ਇਹ ਚਿੱਠੀ 14 ਤਰੀਕ ਨੂੰ ਵਾਇਰਲ ਹੋਈ, 14 ਤਰੀਕ ਨੂੰ ਉਹ ਕੱਢ ਰਹੇ ਆ ਤੇ 14 ਹੀ ਡੇਟ ਉੱਤੇ ਲਿਖੀ ਹੋਈ ਆ। ਇਹਦਾ ਮਤਲਬ ਉਹ ਚਿੱਠੀ ਦੇ ਪਹਿਲੇ ਕੁਐਸਚਨ ਮਾਰਕ ਸੀ। ਲੇਕਿਨ ਜਦ ਤੱਕ ਤੁਸੀਂ ਉਹਨਾਂ ਏਜੰਸੀਆਂ ਤੱਕ ਉਸ ਕੰਮ ਜਿਹੜੀ ACRO ਆ ਉਸ ਕੰਪਨੀ ਨੂੰ ਅਪਰੋਚ ਕਰਕੇ ਵੈਰੀਫਿਕੇਸ਼ਨ ਨਹੀਂ ਮੰਗ ਲੈਂਦੇ, ਤੁਸੀਂ ਕੋਈ ਵੀ ਬੰਦਾ ਉਹਨੂੰ ਵੈਰੀਫਾਈ ਨਹੀਂ ਕਰ ਸਕਦਾ। ਪਰ ਜਿੱਥੇ ਸਾਡਾ ਲਿੰਕ ਸੀਗਾ, ਅਸੀਂ ਉਸੇ ਟਾਈਮ ਹੀ ਕਹਿ ਦਿੰਦੇ ਸੀ ਚਿੱਠੀ ਫੇਕ ਆ। ਪਰ ਕਿਸੇ ਵੀ ਬੰਦੇ ਨੇ ਸਿਵਾਏ ਗੁਰੂ ਨਾਨਕ ਗੁਰਦੁਆਰਾ ਵੈਂਸਫੀਲਡ ਦੇ ਟਰਸਟੀਆਂ ਨੇ ਜਿਹੜੀ ਵੀਡੀਓ ਰੀਸੈਂਟ ਪਾਈ ਆ, ਥੋੜ੍ਹੀ ਦੇਰੀ ਹੋਈ ਆ, ਉਹਨੇ ਇਹ ਕਨਫਰਮ ਕੀਤਾ ਕਿ ਉਹਨਾਂ ਨੂੰ ਰਾਈਟਿੰਗ 'ਚ ਕਨਫਰਮ ਮਿਲ ਚੁੱਕਾ ਹੈ। ਲੇਕਿਨ ਉਸ ਤੋਂ ਪਹਿਲਾਂ ਇੱਥੋਂ ਦੀ ਗੌਰਮੈਂਟ ਨੇ ਆਲਰੇਡੀ ਰਿਟਨ ਦੇ ਵਿੱਚ ਦਿੱਤਾ ਹੋਇਆ ਕਿ 2 ਦਿਨ ਤੋਂ ਬਾਅਦ, ਜਿਹੜੇ 2 ਟੈਸਟਾਂ ਤੋਂ ਬਾਅਦ ਇਹ ਜਿਹੜੀ ਹੈਗੀ ਆ ਸੈਚਰਡੇ ਸੰਡੇ ਦਾ ਪ੍ਰੋਗਰਾਮ ਜਿਹੜੇ ਅਟੈਂਡ ਕਰ ਸਕਦੇ ਆ। ਸੋ ਕੋਈ ਰੀਜ਼ਨ ਹੀ ਹੈ ਨਹੀਂ ਸੀ ਕਿ ਉਹ ਚਿੱਠੀ ਜਿਹੜੀ ਹੈਗੀ ਆ। ਲੇਕਿਨ ਕੁਝ ਪੰਥਕ ਦੋਖੀ ਜਿਹੜੇ ਵਰਲਡ ਵਾਈਡ ਫੈਲ ਰਹੇ ਆ, ਅੱਜ ਆਪਣੇ ਆਪ ਨੂੰ ਦਿਖਾਵੇ ਦੇ ਤੌਰ ਤੇ ਉਹ ਪੰਥਕ ਕਹਿੰਦੇ ਆ, ਉਹਨਾਂ ਦਾ ਨਿਸ਼ਾਨਾ ਜਿਹੜਾ ਹੈਗਾ ਅਕਾਲ ਤਖਤ ਹੈ। ਕਿ ਅਕਾਲ ਤਖਤ ਸਾਡੀ ਸੁਪਰੀਮ ਜਿਹੜੀ ਪਾਵਰ ਆ। ਅਸੀਂ ਗੱਲ ਗਿਆਨੀ ਹਰਪ੍ਰੀਤ ਸਿੰਘ ਜੀ ਨਹੀਂ ਕਰਦੇ, ਅਸੀਂ ਗੱਲ ਕਰਦੇ ਸ੍ਰੀ ਅਕਾਲ ਤਖਤ ਸਾਹਿਬ। ਅਕਾਲ ਤਖਤ ਸਾਹਿਬ ਤੇ ਜਥੇਦਾਰ ਕੋਈ ਵੀ ਬੈਠਾ ਹੋਵੇ ਸਾਡਾ ਸਤਿਕਾਰਯੋਗ ਆ, ਪੁੰਨਣਯੋਗ ਆ। ਪਰ ਬਹੁਤ ਸਾਰੇ ਲੋਕਾਂ ਨੇ ਇੰਨੀ ਉਹ ਪੇਪਰ ਫਾਰਵਰਡ ਕੀਤਾ ਕਿ ਉਹਦੀ ਡੈਪਥ ਤੱਕ ਜਾਣ ਤੋਂ ਵੀ ਸੰਕੋਚ ਕਰਦੇ ਰਹੇ। ਉਹ ਅੱਖਾਂ ਮੀਚ ਕੇ ਗਾਂਹ ਦੀ ਗਾਂਹ ਫਾਰਵਰਡ ਕਰਦੇ ਆ। ਅਗਰ 5-10 ਬੰਦੇ ਉਸ ਕੰਪਨੀ ਨੂੰ ਈਮੇਲ ਕਰਦੇ ਤੇ ਉਹਨਾਂ ਨੇ ਕਨਫਰਮ ਕਰ ਦੇਣਾ ਸੀ। ਹੁਣ ਉਹ ਆਲਰੇਡੀ ਇਸ ਗੱਲ ਦੇ ਇਨਵੈਸਟੀਗੇਸ਼ਨ ਕਰ ਰਹੇ ਆ ਵੀ ਜਿਹੜੇ ਬੰਦੇ ਨੇ ਵੀ ਉਹ ਪਾਇਆ। ਸਾਡਾ ਕੰਮ ਕਹਿੰਦੇ ਹੁੰਦੇ ਆ ਵੀ ਚੋਰ ਨੂੰ ਮਾਰਨਾ, ਚੋਰ ਦੀ ਮਾਂ ਨੂੰ ਮਾਰਨਾ ਕਿ ਦੁਬਾਰਾ ਉਹ ਜੇ ਬੱਚੇ ਨਾ ਪੈਦਾ ਕਰੇ। ਸਾਡਾ ਕੰਮ ਉਸ ਬਿਮਾਰੀ ਨੂੰ ਫੜਨਾ ਜਿਹੜੀ ਬਿਮਾਰੀ ਸਾਡੇ ਡੰਗਾਈ ਦੇ ਵਿੱਚ ਚਲੀ ਗਈ ਆ। ਇਸ ਕਰਕੇ ਉਸ ਪਿੱਛੇ ਜਿਹੜੇ ਸਿਆਣੇ ਸਾਡੇ ਵੀਰ ਹੈਗੇ ਆ, ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਆ ਤੇ ਗੌਰਮੈਂਟ ਵੀ ਇਹ ਚਿੱਠੀ ਕਿਹਨੇ ਕ੍ਰੀਏਟ ਕੀਤੀ ਆ, ਕਿੱਥੋਂ ਕ੍ਰੀਏਟ ਕੀਤੀ ਆ, ਉਸ ਬੰਦੇ ਉਸ ਡੈਪਥ ਤੱਕ ਪਹੁੰਚਣਾ ਚਾਹੁੰਦੇ। ਇਸ ਕਰਕੇ ਸਾਰੇ ਹਜੇ ਅਸੀਂ ਚੁੱਪ ਹਾਂ। ਲੇਕਿਨ ਇਹ ਬਿਲਕੁਲ ਕਨਫਰਮ ਆ। ਇੱਕ ਮੀਡੀਆ UK ਦਾ ਉਹਨੇ ਆਪਣੀ ਈਮੇਲ ਕਰਕੇ ਕਨਫਰਮ ਕਰ ਲਿਆ, ਕਿਉਂਕਿ ਮੈਨੂੰ ਵਾਰ-ਵਾਰ ਮੈਂ ਉਹਨੂੰ ਕਿਹਾ ਸੀ ਜੀ ਮੇਰੇ ਕੋਲੇ ਮੈਂ ਤੁਹਾਨੂੰ ਕੁਝ ਦੇ ਨਹੀਂ ਸਕਦਾ ਜਦ ਤੱਕ ਕਨਫਰਮੇਸ਼ਨ ਜਿਹੜੀ ਸੰਸਥਾ ਨੇ ਬੁਲਾਇਆ, ਗੁਰਦੁਆਰੇ ਨੇ ਬੁਲਾਇਆ, ਉਹਨਾਂ ਕੋਲੇ ਰਿਟਨ ਕਨਫਰਮੇਸ਼ਨ ਨਹੀਂ ਆ ਜਾਂਦੀ। ਪਰ 14 ਤਰੀਕ ਤੋਂ ਹੀ ਮੈਂ ਇਹ ਕਨਫਰਮ ਕਰ ਦਿੱਤਾ ਸੀ ਕਿ ਇਹ ਚਿੱਠੀ ਫੇਕ ਆ। ਪਰ ਕਹਿੰਦੇ ਹੁੰਦੇ ਆ ਵੀ ਸਾਨੂੰ ਬਿਮਾਰੀ ਨੂੰ ਖਤਮ ਕਰਨਾ ਚਾਹੀਦਾ। ਅੱਜ ਸਾਨੂੰ ਸਾਰੇ ਸਿੱਖ ਵੀਰਾਂ ਨੂੰ, ਜਿੰਨੀ ਵੀ ਦੁਨੀਆ ਦੇ ਵਿੱਚ ਬੈਠੇ ਹੈ, ਸਾਡਾ ਜਿਹੜੇ ਜੜ੍ਹਾਂ ਹੈਗੀਆਂ ਉਹ ਪੰਜਾਬ ਆ। ਤੇ ਅਸੀਂ
ਜਿਹੜੀਆਂ ਸਰਕਾਰਾਂ ਤੇ ਏਜੰਸੀਆਂ ਉਹ ਪੰਜਾਬ ਦੇ ਪੰਜਾਬੀਆਂ ਨੂੰ, ਸਿੱਖਾਂ ਨੂੰ ਤੇ ਬਾਹਰਲੇ ਸਿੱਖਾਂ ਨੂੰ ਉਹਨਾਂ ਵਿੱਚ ਐਡਾ ਪਾੜਾ ਪਾ ਦੇਣਾ ਚਾਹੁੰਦੇ ਆ ਕਿ ਕਿਸੇ ਵੀ ਹਾਲਤ ਦੇ ਵਿੱਚ ਉਹ ਪੰਜਾਬ 'ਚ ਨਾ ਵੜ ਸਕਣ। ਤੇ ਪੰਜਾਬ ਦੇ ਸਾਡੇ ਵੀਰ ਜਿੰਨੇ ਹੈਗੇ ਉਹ ਬਾਹਰ ਚਲੇ ਆ ਰਹੇ ਆ। 52% ਤੋਂ ਸਾਡੀ ਆਬਾਦੀ ਇਸ ਜਨਗਣਨਾ ਦੇ ਵਿੱਚ 45-48% ਰਹਿ ਜਾਣੀ ਆ। ਤਾਂ ਸਾਨੂੰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ। ਤੇ ਇਸ ਕਰਕੇ ਸਾਡੀ ਇਹੀ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਕੋਈ ਵੀ ਨੈਗੇਟਿਵ ਮੈਸੇਜ ਵੈਸੇ ਫੈਲਾਉਣਾ ਨਹੀਂ ਚਾਹੀਦਾ, ਪਰ ਜਦੋਂ ਅਕਾਲ ਤਖਤ ਦੀ ਗੱਲ ਆਉਂਦੀ ਆ, ਜਿਹੜੀ ਸਾਡੀ ਸੁਪਰੀਮ ਆ, ਤੇ ਜੇ ਅਸੀਂ ਉਹਦੇ ਹੀ ਵਰਖਲਾਫ ਇਹ ਪ੍ਰਾਪੇਗੰਡਾ ਕਰਨਾ ਸ਼ੁਰੂ ਕਰ ਦਿਆਂਗੇ ਤੇ ਬਾਕੀਆਂ ਕੌਮਾਂ ਨੂੰ ਤਾਂ ਆਪਣੇ ਆਪ ਸਰਕਾਰਾਂ ਨੂੰ ਉਹ ਮਿਲ ਜਾਏਗਾ, ਮੌਕਾ ਮਿਲ ਜਾਏਗਾ ਕਿ ਹੋਰ ਵੱਧ ਤੋਂ ਵੱਧ ਪ੍ਰਾਪੇਗੰਡਾ ਕਰਨ। ਤਾਂ ਇਹ ਜ਼ਿੰਮੇਵਾਰੀ ਸਾਨੂੰ ਹਰ ਸਿੱਖ ਦੀ ਜ਼ਿੰਮੇਵਾਰੀ ਬਣਦੀ ਸੀ, ਪਰ ਅਸੀਂ ਜ਼ਿੰਮੇਵਾਰੀ ਤੋਂ ਆਪਣੀ ਤੋਂ ਮੁਨਕਰ ਹੋ ਕੇ ਅਸੀਂ ਉਸ ਜ਼ਿੰਮੇਵਾਰੀ ਤੇ ਪਹਿਰਾ ਨਹੀਂ ਦਿੱਤਾ ਗਾ। ਜਗਮੇਲ ਸਿੰਘ ਮੱਲੀ ਸਾਹਿਬ ਬੜੇ ਪਿਆਰੇ ਬੰਦੇ ਐ, ਸਾਡੇ ਪਰਮ ਮਿੱਤਰ ਨੇ। ਅਕਸਰ ਮੈਂ ਇਹਨਾਂ ਨਾਲ ਗੱਲ-ਗੁਲ ਕਰਦਾ ਰਿਹਾ ਪਿਛਲੇ ਸਮੇਂ ਦੇ ਵਿੱਚ। ਜਦੋਂ ਇਹਨਾਂ ਦਾ ਮੈਸੇਜ ਆਉਂਦਾ ਹੈ, ਮੈਂ ਦਰਅਸਲ ਆਪਣੇ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦਾ ਹੈ ਕਿ ਅੱਜ ਜਦੋਂ ਅਸੀਂ ਇਹ ਪ੍ਰੋਗਰਾਮ ਬਣਾ ਰਹੇ ਸੀ, ਲਗਭਗ 20 ਘੰਟੇ ਤੋਂ ਇਹ ਲਗਾਤਾਰ ਵਾਇਰਲ ਹੋ ਰਹੀ ਸੀ ਔਰ ਇਹਦੇ ਬਾਰੇ ਕੋਈ ਵੀ ਕਨਫਰਮ ਨਹੀਂ ਸੀ ਕਰ ਰਿਹਾ। ਅਕਾਲ ਤਖਤ ਦੇ ਸਕੱਤਰੇ ਤੋਂ ਲਾ ਕੇ ਸ਼੍ਰੋਮਣੀ ਕਮੇਟੀ ਤੱਕ ਕਿਸੇ ਨੇ ਵੀ ਇਹਦਾ ਖੰਡਨ ਨਹੀਂ ਕੀਤਾ। ਲੇਕਿਨ ਅਸੀਂ, ਸਾਡਾ ਪਹਿਲੇ ਥਾਟ ਵਿੱਚ ਮੱਲੀ ਸਾਹਿਬ ਇਸ ਪ੍ਰੋਗਰਾਮ ਦੇ ਹਿੱਸੇਦਾਰ ਸੀ, ਲੇਕਿਨ ਇਨ ਦਾ ਮੇਨ ਟਾਈਮ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਮੇਰੇ ਨਾਲ ਫੋਨ ਤੇ ਸੰਪਰਕ 'ਚ ਆਏ। ਇਹ ਕਹਿੰਦੇ ਜੀ ਮੈਨੂੰ ਵੀ ਇਸ ਤਰ੍ਹਾਂ ਦੇ ਕਈ ਮੈਸੇਜ ਮਿਲੇ ਆ, ਤੇ ਫਿਰ ਇਹਨਾਂ ਨੂੰ ਅਸੀਂ ਨਾਲ ਲਿਆ। ਲੇਕਿਨ ਜੇਕਰ ਮੱਲੀ ਸਾਹਿਬ ਸ਼ਾਇਦ ਉਦੋਂ ਨਾਲ ਹੁੰਦੇ ਤਾਂ ਅਸੀਂ ਇਸ ਲੰਬੀ ਡਿਬੇਟ ਦੇ ਵਿੱਚ ਜਿਹੜੇ ਸ਼ੰਕੇ ਨੇ ਉਹਨਾਂ ਨੂੰ ਉਦੋਂ ਵੀ ਚੰਗੇ ਤਰੀਕੇ ਨਾਲ ਨਿਵਰਤ ਕਰਦੇ। ਲੇਕਿਨ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਧਿਰਾਂ ਨੂੰ ਮੌਕਾ ਬਮੌਕਾ ਇਹਦੇ ਉੱਤੇ ਇਹੋ ਜਿਹੀਆਂ ਮਸਲੇ, ਸੰਵੇਦਨਸ਼ੀਲ ਮਸਲਿਆਂ ਤੇ ਆਪਣੀ ਸਟੇਟਮੈਂਟ ਜਾਰੀ ਕਰ ਦੇਣੀ ਚਾਹੀਦੀ ਆ ਕਿ ਇਹਦੀ ਜੇ ਕੁਝ ਵੀ ਨਹੀਂ, ਮੰਨ ਲਓ ਜੇ ਇਹ ਸਪਸ਼ਟ ਨਹੀਂ ਸੀ ਤੇ ਇਹ ਕਹਿ ਦੇਣਾ ਚਾਹੀਦਾ ਸੀ ਕਿ ਸਪਸ਼ਟ ਨਹੀਂ, ਅਸੀਂ ਸਪਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਹ ਸਭ ਫੇਕ ਹੈ। ਲੇਕਿਨ ਲਾਂਬਾ ਸਾਹਿਬ, ਮੱਲੀ ਸਾਹਿਬ ਨੇ ਇੱਕ ਪਰਿਵਾਰਕ ਫੰਕਸ਼ਨ 'ਚ ਚਲੇ ਜਾਣਾ, ਇੱਕ ਹੋਰ ਰਾਉਂਡ ਇਹਨਾਂ ਨੂੰ 5-7 ਮਿੰਟ ਰੋਕਦੇ ਆ ਜੇ, ਉਦੋਂ ਤੱਕ ਮੈਨੂੰ ਤੁਸੀਂ ਇਹ ਦੱਸੋ ਕਿ ਬਹੁਤ ਕਾਹਲੀ ਦੇ ਵਿੱਚ ਜਦੋਂ ਕੁਝ ਵਾਪਰ ਰਿਹਾ ਹੁੰਦਾ ਤਾਂ ਜ਼ਿੰਮੇਵਾਰ ਸਿੱਖ ਸੰਸਥਾਵਾਂ ਦੀ ਡਿਊਟੀ ਬਣਦੀ ਆ ਕਿ ਉਹ ਆਪਣੀ ਕੌਮ ਦੇ ਨਾਲ ਕੁਝ ਨਾ ਕੁਝ ਸਟੇਟਮੈਂਟ ਦੇ ਰੂਪ 'ਚ, ਪ੍ਰੈਸ ਨੋਟ ਦੇ ਰੂਪ 'ਚ ਜਾਰੀ ਕਰਦਿਆ ਕਰਨ, ਤਾਂ ਕਿ ਘੱਟੋ ਘੱਟ ਉਹਦੇ ਉੱਤੇ ਕੋਈ ਵੱਡੇ ਪੱਧਰ ਦੇ ਉੱਤੇ ਗੱਲਬਾਤ ਹੁੰਦੀ ਰੁਕ ਜਾਵੇ ਜਦੋਂ ਤੱਕ ਉਹਦੇ ਸਪਸ਼ਟੀਕਰਨ ਸੰਬੰਧਿਤ ਅਥਾਰਟੀ ਵੱਲੋਂ ਨਾ ਆ ਜਾਣ। ਜੀ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ ਰੰਧਾਵਾ ਸਾਹਿਬ, ਔਰ ਬੜਾ ਚੰਗਾ ਕੀਤਾ ਸਾ ਗੁਰਮੇਲ ਸਿੰਘ ਮੱਲੀ ਜੀ ਨੇ ਸਾਰੀਆਂ ਜਿਹੜੇ ਭੁਲੇਖੇ ਦੂਰ ਕੀਤੇ ਹੈ। ਇਹਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਜਿਸ ਵੇਲੇ ਇਸ ਤਰ੍ਹਾਂ ਦੀ ਕੋਈ ਚਿੱਠੀ ਆਈ, ਕੁਝ ਘੰਟਿਆਂ ਦੇ ਵਿੱਚ ਹੀ ਇਹ ਅੱਗ ਦੀ ਤਰ੍ਹਾਂ ਫੈਲਦੀ ਹੈ। ਇਹ ਜਿਹੜਾ ਮੀਡੀਆ ਹੈਗਾ ਇਹਦਾ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈਗਾ। ਭਾਵੇਂ ਸਹੀ ਗੱਲ ਹੈ, ਗਲਤ ਗੱਲ ਹੈ, ਉਹ ਇੱਕਦਮ ਫੈਲਦੀ ਹੈ ਔਰ ਜਿਹੜੀ ਗਲਤ ਚੀਜ਼ ਹੈ ਉਹਨੂੰ ਫੈਲਾਉਣ ਵਿੱਚ ਕਈ ਹੋਰ ਤਾਕਤਾਂ ਵੀ ਉਹਦੇ ਵਿੱਚ ਅੱਗੇ ਆ ਜਾਂਦੀਆਂ। ਦੂਸਰੀ ਗੱਲ ਇਹ ਹੈ ਕਿ ਮੈਨੂੰ ਜਾਪਦਾ ਹੈ ਕਿ ਜਿਸ ਵੇਲੇ ਅਸੀਂ ਇਹ ਗੱਲ ਕਰ ਰਹੇ ਸੀ ਉਸ ਵੇਲੇ ਸਿੰਘ ਸਾਹਿਬ ਉੱਥੋਂ ਹਵਾਈ ਜਹਾਜ਼ ਚੜ੍ਹ ਚੁੱਕੇ ਸੀਗੇ। ਦਫ਼ਤਰ ਦੇ ਵਿੱਚ ਜਿਹੜਾ ਕੋਈ ਐਸਾ ਜ਼ਿੰਮੇਵਾਰ ਨਹੀਂ ਸੀ ਜਿਹੜਾ ਉਸ ਦੇ ਬਾਰੇ ਕੋਈ ਕਰ ਸਕੇ। ਈਵਨ ਜਦੋਂ ਸਕੱਤਰੇ 'ਚ ਮੇਰੀ ਗੱਲ ਹੋਈ, ਉਹ ਕਹਿੰਦੇ ਸਾਡੇ ਕੋਲ ਵੀ ਜਿਸਨੇ ਚਿੱਠੀ ਭੇਜੀ ਹੈ ਉਹਦਾ ਥਲਵਾਂ ਹਿੱਸਾ ਉਹਨੇ ਲੁਕੋ ਕੇ ਦਿਖਾਇਆ ਕਿ ਉਹ ਦਸਤਖਤ ਨਹੀਂ ਹੈ, ਕਿਤੇ ਦੱਸ ਨਹੀਂ ਰਿਹਾ। ਇਹਦਾ ਮਤਲਬ ਕੋਈ ਨਾ ਕੋਈ ਗੱਲ ਇਹਦੇ ਵਿੱਚ ਹੈਗੀ ਸੀ। ਪਰ ਦੂਜੀ ਗੱਲ ਇਹ ਹੈ ਕਿ ਅਗਰ ਇਹ ਅਖੀਰਲਾ ਮਸਲਾ ਹੁੰਦਾ ਨਾ ਰੰਧਾਵਾ ਸਾਹਿਬ, ਜੇ ਪਹਿਲੀ ਵਾਰੀ ਇਦਾਂ ਹੋਇਆ ਹੁੰਦਾ ਫਿਰ ਅਫਸੋਸ ਨਹੀਂ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਔਰ ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਅੱਗੋਂ ਵੀ ਇਹ ਹੁੰਦਾ ਰਹੇਗਾ। ਇਸ ਕਰਕੇ ਸਕੱਤਰੇ ਨੂੰ ਜਾਂ ਸ਼੍ਰੋਮਣੀ ਕਮੇਟੀ ਦਾ ਅਵਲੀਨ ਫਰਜ਼ ਹੈਗਾ ਕਿ ਉਹ ਸਾਰੇ ਪ੍ਰੋਗਰਾਮ ਸਿੰਘ ਸਾਹਿਬ ਦੇ ਉਹਦੇ ਤੇ ਨਜ਼ਰ ਰੱਖੇ, ਉਹਨਾਂ ਨਾਲ ਰਾਬਤਾ ਕਾਇਮ ਰੱਖੇ, ਮਿੰਟ ਸਕਿੰਟ ਦਾ ਕਿੱਥੇ ਹੈਗੇ, ਕੀ ਪੋਜੀਸ਼ਨ ਹੈ, ਕੱਲ ਨੂੰ ਕੋਈ ਘਟਨਾ ਵਾਪਰਦੀ ਹੈ, ਕੋਈ ਗੱਲ ਹੁੰਦੀ ਹੈ, ਤਾਂ ਕਿ ਉਹਨਾਂ ਦੇ ਨਾਲ ਸੰਪਰਕ ਕਰਕੇ ਕਲੀਅਰ ਕੀਤਾ ਜਾ ਸਕਦਾ। ਮੈਂ ਇੱਕ ਚੀਜ਼ ਜ਼ਰੂਰ ਕਹਿਣੀ ਚਾਹਾਂਗਾ, ਇਸ ਤੋਂ ਪਹਿਲੇ ਵੀ ਇੱਕ ਬੜਾ ਵੱਡਾ ਇਨਸੀਡੈਂਟ ਇਦਾਂ ਦਾ ਫੇਕ ਹੋਇਆ ਹੈ। RSS ਨੇ ਇੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਂ ਦੇ ਉੱਤੇ ਇੱਕ ਜਾਲੀ ਚਿੱਠੀ ਜਾਰੀ ਕੀਤੀ ਚੰਡੀਗੜ੍ਹ ਦੀ ਪ੍ਰੈਸ ਕਾਨਫਰੰਸ ਵਿੱਚ, ਔਰ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ, ਦਾਅਵਾ ਕੀਤਾ ਕਿ ਅਕਾਲ ਤਖਤ ਸਾਹਿਬ ਨੇ ਕਹਿ ਦਿੱਤਾ ਹੈ ਕਿ ਅਸੀਂ RSS ਨੂੰ ਪੂਰੀ ਤਰ੍ਹਾਂ ਬਰੀ ਕਰ ਦਿੱਤਾ ਹੈ। ਇਹ ਜਦੋਂ ਚਿੱਠੀ ਜਾਰੀ ਹੋਈ, ਰਮਨਿੰਦਰ ਭਾਟੀਆ ਟਾਈਮਜ਼ ਆਫ ਇੰਡੀਆ ਦੇ ਸੀ, ਮੈਂ ਉਸ ਵੇਲੇ ਅਮਰੀਕਾ 'ਚ ਸੀਗਾ, ਔਰ ਉਸ ਵੇਲੇ ਉਹ ਦੇਖਿਆ ਤੇ ਉਹ ਦਸਤਖਤ ਮਿਲਾਏ। ਉਹ ਦਸਤਖਤ ਸਿੰਘ ਸਾਹਿਬ ਜਥੇਦਾਰ ਜੋਗਿੰਦਰ ਸਿੰਘ ਜੀ ਦੇ ਜਾਲੀ ਸੀਗੇ। ਉਸੇ ਵੇਲੇ ਜਿਹੜੇ ਉਹਨਾਂ ਦੇ ਨੁਮਾਇੰਦੇ ਸਨ, ਉਹਨਾਂ ਦੇ ਸੈਕਟਰੀ ਜਨਰਲ, ਐਡੀਸ਼ਨਲ ਐਡਵੋਕੇਟ ਜਨਰਲ ਸਨ ਰਾਜਸਥਾਨ ਦੇ ਗੁਰਚਰਨ ਸਿੰਘ ਗਿੱਲ, ਉਹਨਾਂ ਨਾਲ ਗੱਲ ਕੀਤੀ। ਪਹਿਲਾਂ ਤੇ ਉਹ ਆਨਾਕਾਨੀ ਕਰਦੇ ਰਹੇ, ਬਾਅਦ ਵਿੱਚ ਉਹ ਮੰਨ ਗਏ ਕਿ ਹਾਂ ਇਹ ਸਹੀ ਨਹੀਂ ਹੈ। ਮਤਲਬ ਇੱਥੇ ਤੱਕ ਅਗਰ ਐਡੇ ਉੱਚੇ ਅਹੁਦਿਆਂ ਦੇ ਉੱਤੇ ਰਹਿ ਕੇ
ਅਗਰ ਇਹ ਹੋ ਸਕਦਾ ਹੈ। ਔਰ ਰੰਧਾਵਾ ਸਾਹਿਬ ਉਸ ਦੇ ਬਾਅਦ ਅਕਾਲ ਤਖਤ ਸਾਹਿਬ ਨੇ ਇੱਕ ਚਿੱਠੀ ਜਾਰੀ ਕੀਤੀ ਕਿ ਤੁਸੀਂ ਇਸ ਜਾਲੀ ਚਿੱਠੀ ਨੂੰ ਉਜਾਗਰ ਕਰਕੇ ਇੱਕ ਪੰਥ ਦੀ ਸੇਵਾ ਕੀਤੀ ਹੈਗੀ ਹੈ। ਅਸੀਂ ਉਹ ਚਿੱਠੀ ਵੀ ਛਾਪੀ ਔਰ ਉਹਦੇ ਤੇ ਸੰਸਪਾਈ ਦੇ ਉੱਤੇ ਟਾਈਟਲ ਦੇ ਉੱਤੇ ਵੀ ਉਹ ਦਿੱਤੀ ਕਿ RSS ਵੱਲੋਂ ਅਕਾਲ ਤਖਤ ਸਾਹਿਬ ਦੇ ਨਾਂ ਤੇ ਜਾਲੀ ਚਿੱਠੀ। ਪਰ ਦਿੱਕਤ ਇਹ ਹੈ ਕਿ ਉਸ ਤੋਂ ਬਾਅਦ ਨਾ ਕੋਈ ਕਾਰਵਾਈ ਸ਼੍ਰੋਮਣੀ ਕਮੇਟੀ ਨੇ ਕੀਤੀ, ਨਾ ਅਕਾਲ ਤਖਤ ਸਾਹਿਬ ਨੇ ਕੀਤੀ। ਅਗਰ ਉਸ ਵੇਲੇ ਉਹਨਾਂ ਦੇ ਬਾਰੇ ਕਾਰਵਾਈ ਕਰਦੇ, ਉਹਨਾਂ ਦੇ ਉੱਤੇ ਐਕਸ਼ਨ ਲੈਂਦੇ, ਜ਼ਿੰਮੇਵਾਰ ਬੰਦੇ ਦੇ, ਅਗਰ ਦੇਖੋ ਇੱਕ ਆਮ ਬੰਦੇ ਦੇ ਨਾਂ ਤੇ ਕੋਈ ਫਰਾਡ ਕਰਦਾ ਹੈ, ਧੋਖਾ ਕਰਦਾ ਹੈ। ਔਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਾਂਗਾ, ਇਤਿਹਾਸ ਜਦੋਂ ਅਸੀਂ ਕਨਸਟੀਟਿਊਸ਼ਨਲ ਹਿਸਟਰੀ ਪੜ੍ਹਦੇ ਹਾਂ ਉਹਦੇ ਵਿੱਚ ਇੰਗਲੈਂਡ ਦਾ ਕਾਨੂੰਨ ਕਨਸਪੀਰੇਸੀ ਥਿਊਰੀਜ਼ ਦੇ ਉੱਤੇ ਹੈ ਔਰ ਇੱਕ ਬੰਦੇ ਨੂੰ ਰਾਜਾ ਜਿਹੜਾ ਨੰਦ ਕੁਮਾਰ ਨੂੰ ਉਹਨਾਂ ਨੇ ਫਾਂਸੀ ਦੇ ਦਿੱਤੀ ਸੀਗੀ। ਸੋ ਇਹ ਇੰਗਲੈਂਡ ਦੀ ਜਿਹੜੀ ਅੱਛਾ ਮੈਂ ਲਾਂਬਾ ਸਾਹਿਬ ਤੁਸੀਂ ਦਿਲਚਸਪ ਗੱਲਾਂ ਕਰ ਰਹੇ ਹੋ, ਅਸੀਂ ਕਰਦੇ ਰਵਾਂਗੇ ਕਿਉਂਕਿ ਮੈਨੂੰ ਬਾਰ-ਬਾਰ ਉਹ ਘੜੀ ਵੱਲ ਦੇਖ ਰਹੇ ਮੱਲੀ ਸਾਹਿਬ, ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਜਨਮ ਦਿਨ ਦੀ ਪਾਰਟੀ ਹੈ ਕਿਸੇ ਬੱਚੀ ਦੀ, ਅਸੀਂ ਵੀ ਉਹਦੇ 'ਚ ਖੁਸ਼ੀ 'ਚ ਸ਼ੁਮਾਰ ਹੈ। ਲੇਕਿਨ ਮੱਲੀ ਸਾਹਿਬ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਹੈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਲੰਡਨ ਦਾ ਜਾਂ ਵਲਾਇਤ ਦਾ ਜਿਹੜਾ ਟੂਰ ਸੀ, ਮੈਨੂੰ ਉਹਦੇ ਬਾਰੇ ਦੱਸ ਦਿਓ ਕਿਉਂਕਿ ਇੱਕ ਹੋਰ ਕੰਸੋ ਸੀ ਕਿ ਉਹਨਾਂ ਨੇ ਪਾਰਲੀਮੈਂਟ ਹਾਊਸ ਆਫ ਕਾਮਨਸ ਦੇ ਵਿੱਚ ਜਾਣਾ ਸੀ, ਠੀਕ ਆ, ਤੇ ਉਹ ਵੀ ਉੱਥੇ ਨਹੀਂ ਜਾ ਸਕੇ। ਮੈਨੂੰ ਲੱਗਦਾ ਮੱਲੀ ਸਾਹਿਬ ਸਾਡੇ ਨਾਲੋਂ ਕੱਟ ਗਏ ਆ। ਸੋ ਮੈਂ ਜ਼ਰੂਰ ਚਾਹੂੰਗਾ ਲਾਂਬਾ ਸਾਹਿਬ, ਕਿਉਂਕਿ ਇਹ ਪ੍ਰੋਗਰਾਮ ਦੇ ਵਿੱਚ ਇਹਦੇ ਦੋ ਮਰਹਲੇ ਸੀ, ਇੱਕ ਤਾਂ ਸਾਰਾਗੜੀ ਦੇ ਸ਼ਹੀਦਾਂ ਨਾਲ ਸੰਬੰਧਿਤ ਸੀ ਤੇ ਦੂਜਾ ਜਿਹੜਾ ਸੰਬੰਧ ਸੀਗਾ ਹਾਊਸ ਆਫ ਕਾਮਨਸ ਦੇ ਵਿੱਚ ਸਿੰਘ ਸਾਹਿਬ ਦੀ ਤਕਰੀਰ ਦਾ। ਤਕਰੀਰ ਦੇ ਮੌਕੇ ਤੇ ਉਹ ਉੱਥੇ ਹਾਜ਼ਰ ਨਹੀਂ ਸੀਗੇ। ਇਟ ਮੀਨਸ ਕਿ ਕੁਝ ਨਾ ਕੁਝ ਤਾਂ ਕਮੀਆਂ ਪੇਸ਼ੀਆਂ ਰਹੀਆਂ ਹੋਣਗੀਆਂ, ਉਹ ਤਾਂ ਸਿੰਘ ਸਾਹਿਬ ਆ ਕੇ ਦੱਸਣਗੇ, ਮੱਲੀ ਸਾਹਿਬ ਨੇ ਦੱਸਣਾ ਸੀ ਕਿਉਂਕਿ ਪ੍ਰੋਗਰਾਮ 'ਚ ਨਾਲ ਰਹੇ, ਉਹ ਚਲੇ ਗਏ ਆ। ਲੇਕਿਨ ਅੱਜ ਵੀ ਸਵਾਲ ਉੱਠਦੇ ਆ ਕਿ ਜੇਕਰ ਕੁਝ ਗੱਲ ਸੀ, ਹਾਂ ਮੱਲੀ ਸਾਹਿਬ ਆ ਗਏ ਨਾਲ, ਮੈਂ ਉਹਨਾਂ ਨੂੰ ਲੈ ਹੀ ਲਵਾਂ। ਸੁਣਦੇ ਮੱਲੀ ਸਾਹਿਬ? ਹਾਂਜੀ 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 ਸਿਰਫ ਇੰਨਾ ਹੀ ਦੱਸ ਦਿਓ ਕਿ ਸਿੰਘ ਸਾਹਿਬ ਹਾਊਸ ਆਫ ਕਾਮਨਸ ਦੇ ਵਿੱਚ ਕਿਉਂ ਨਹੀਂ ਪਹੁੰਚੇ? ਜਿਹੜੀ ਆਪਣੀ ਪ੍ਰੀਤ ਗਿੱਲ MP ਹੈਗੀ, ਉਹਨੇ ਇਹ ਕਿਹਾ ਸੀਗਾ ਵੀ ਐਗਜ਼ੈਂਪਸ਼ਨ ਨਹੀਂ ਮਿਲ ਰਹੀ ਪਾਰਲੀਮੈਂਟ 'ਚ ਇਹਨਾਂ ਨੂੰ, ਤੇ ਇਸ ਕਰਕੇ ਜਥੇਦਾਰ ਸਾਹਿਬ ਨਹੀਂ ਜਾ ਸਕਦੇ। ਤੇ ਕੁਝ ਘੰਟਿਆਂ ਬਾਅਦ ਉਹਨਾਂ ਨੇ ਉਹਦੇ ਦਰਮਿਆਨ ਜਿਹੜਾ ਹੈਗਾ ਪ੍ਰੋਗਰਾਮ ਉਹਨਾਂ ਨੇ ਕੈਂਸਲ ਕਰ ਦਿੱਤਾ। ਲੇਕਿਨ ਕੁਝ ਘੰਟਿਆਂ ਬਾਅਦ ਫਿਰ ਉਹਦਾ ਮੈਨੂੰ ਨਹੀਂ ਫੋਨ ਆਇਆ ਡਾਇਰੈਕਟਲੀ, ਹੋਰ ਕਿਸੇ ਨੂੰ ਫੋਨ ਆਇਆ ਵੀ ਜੀ ਪ੍ਰੋਗਰਾਮ ਆਨ ਆ, ਪਰ ਉਹਨਾਂ ਨੇ ਜਥੇਦਾਰ ਵਾਲੇ ਨਹੀਂ ਦੱਸਿਆ। ਤੇ ਅਸੀਂ ਸ਼ਾਮ ਦਾ ਫਿਰ ਜਥੇਦਾਰ ਦਾ ਪ੍ਰੋਗਰਾਮ ਹੋਰ ਕਿਸੇ ਪਾਸੇ ਲੀਕ ਲਿਆ ਸੀ। ਸੋ ਉੱਥੇ ਜਿਹੜੇ ਪ੍ਰੋਗਰਾਮ ਜਿਹੜਾ ਉਹਨਾਂ ਨੇ ਲਿਖਿਆ ਸੀ ਉਹਦੇ ਵਿੱਚ ਜਥੇਦਾਰ ਕੋਈ ਏਜੰਡਾ ਨਹੀਂ ਸੀ, ਕਿਹੜੇ ਬੁਲਾਰੇ ਹੈਗੇ ਆ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਸੀ। ਜਿਹੜੀ ਸਾਨੂੰ ਲੇਟ ਇਨਫੋਰਮੇਸ਼ਨ ਮਿਲੀ ਉਹਦੇ ਵਿੱਚ 11ਵਾਂ ਨੰਬਰ ਜਥੇਦਾਰ ਬੁਲਾਰਾ ਸੀ, ਜਦਕਿ ਉੱਥੇ ਮੇਨ ਗੈਸਟ ਜਿਹੜਾ ਹੈਗਾ ਉਹ ਪਹਿਲੇ ਨੰਬਰ ਤੇ ਹੋਣਾ ਚਾਹੀਦਾ। ਸੋ ਇਹ ਸਾਰੇ ਇਸ਼ੂ ਜਦੋਂ ਪ੍ਰੋਗਰਾਮ ਕੈਂਸਲ ਹੀ ਕਰ ਦਿੱਤਾ MP ਨੇ, ਤੇ ਫਿਰ ਉਸ ਤੋਂ ਬਾਅਦ ਜਥੇਦਾਰ ਕਿੱਦਾਂ ਜਾ ਸਕਦੇ ਆ। ਸੋ ਇਹਨਾਂ ਦਾ ਮੈਂ ਇੱਕ ਮੈਂਸ਼ਨ ਹੋਰ ਕਰ ਦੇਣਾ ਚਾਹੁੰਦਾ ਕਿ ਜਿਹੜੀ ਚਿੱਠੀ ਇਹ 14 ਤਰੀਕ ਨੂੰ ਨਿਕਲੀ, ਇਹਨਾਂ ਚ ਡਿਲੇ ਕਿਉਂ ਹੋਇਆ, ਉਹਦੇ ਵੀ ਕਈ ਰੀਜ਼ਨ ਆ। ਜਿਹੜਾ ਇੱਕ ਏਦਾਂ ਦੀ ਖਬਰ ਹੈਗੀ ਆ ਕਿ ਜਥੇਦਾਰ ਨੂੰ ਮਾਰਨ ਦੀ ਧਮਕੀ ਦੇ ਜਿਹੜੀ ਹੈਗੀ ਇਨਫੋਰਮੇਸ਼ਨ ਸਾਨੂੰ ਮਿਲੀ ਸੀ, ਜਿਹੜੀ ਕਿ ਮੈਨੂੰ ਪਾਸ ਕੀਤੀ ਗਈ, ਜਿਹੜੀ ਮੈਂ ਪੁਲਿਸ ਕੰਪਲੇਂਟ ਕੀਤੀ, ਤੇ ਉਹਦੇ ਵਿੱਚ ਵੀ ਸਾਨੂੰ 12-14 ਘੰਟੇ ਜਿਹੜੇ ਹੈਗੇ ਆ ਉਹ ਲੰਘ ਗਏ। ਇਸ ਕਰਕੇ ਇਹਦੇ ਬਾਰੇ ਆਪਾਂ ਥੋੜਾ ਜਿਹਾ ਫਿਰ ਬਰੀਕ ਅੱਗੇ ਗੱਲਬਾਤ ਕਰਾਂਗੇ। ਹੁਣ ਮੈਂ ਇੱਥੇ ਛੁੱਟੀ ਲੈਣੀ ਆ ਕਿਉਂਕਿ ਫੈਮਿਲੀ ਕਰ ਰਹੀ ਆ। ਸੋ ਮੈਨੂੰ ਜੋ ਤੁਸੀਂ ਜ਼ਰੂਰ ਮਾਫ ਕਰੋਗੇ, ਪਰ ਇਹ ਚਿੱਠੀ ਹੈਗੀ ਇਹ ਬਿਲਕੁਲ ਜਿਹੜੀ ਆ ਵੈਲਸਫੀਲਡ ਦੀਆਂ ਸੰਗਤਾਂ, ਗੁਰੂ ਨਾਨਕ ਗੁਰਦੁਆਰੇ ਸੰਗਤਾਂ, ਉਹਨਾਂ ਨੇ ਇਹ ਡਿਕਲੇਅਰ ਕਰ ਦਿੱਤਾ ਹੈਗਾ ਜੀ। ਮੱਲੀ ਸਾਹਿਬ ਤੁਹਾਨੂੰ ਉਹਨਾਂ ਬੰਦਿਆਂ ਦਾ ਪਤਾ ਹੈ ਜਿਨ੍ਹਾਂ ਨੇ ਇਹ ਝੂਠੀ ਚਿੱਠੀ ਫੈਲਾਈ ਹੈ? ਉਹਦੀ ਇਨਕੁਆਇਰੀ ਹੋ ਰਹੀ ਜੀ, ਇਸ ਕਰਕੇ ਕਿਉਂਕਿ ਇੱਥੇ ਲਾਇਬਲ ਦੇ ਕੇਸ ਬਣ ਜਾਂਦੇ ਆ, ਮਿਲੀਅਨਸ ਪਾਉਂਡ ਹਰਜਾਨਾ ਭਰਨਾ ਪੈਂਦਾ। ਉਹਦੀ ਛਾਣਬੀਣ ਕਰ ਰਹੇ, ਜਿਹੜੀ ਵੀ ਏਜੰਸੀ ਜਾਂ ਜਿਹੜਾ ਵੀ ਬੰਦਾ ਉਹਦੇ ਵਾਸਤੇ ਭਾਗੀਵਾਲ ਹੋਇਆ, ਤੇ ਉਹਦੇ ਤੇ ਸ਼੍ਰੋਮਣੀ ਕਮੇਟੀ, ਕਿਉਂਕਿ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਜਦੋਂ ਵੀ ਕੋਈ ਫਾਲਸ ਐਲੀਗੇਸ਼ਨ ਲਾਉਂਦਾ ਉਹਦੇ ਤੇ ਜਿਹੜਾ ਲਾਇਬਲ ਦਾ ਕੇਸ ਕੀਤਾ ਜਾਵੇ, ਤਾਂ ਕਿ ਦੂਸਰੇ ਬੰਦੇ ਦੁਆਰਾ ਇਹ ਜੇ ਕੰਮ ਨਾ ਕਰਨ। ਅਸੀਂ ਉਹ ਸ਼੍ਰੋਮਣੀ ਕਮੇਟੀ ਦੇ ਨਾਲ ਸ਼ੁਰੂ ਕਰਾਵਾਂਗੇ। ਮੱਲੀ ਸਾਹਿਬ ਮੈਨੂੰ ਇਹ ਦੱਸ ਦਿਓ ਕਿ ਜਥੇਦਾਰ ਨੂੰ ਮਾਰਨ ਦੀ ਧਮਕੀ ਜਾਂ ਥ੍ਰੈਟ ਇਹ ਪ੍ਰੈਕਟੀਕਲ ਔਨ ਗਰਾਊਂਡ ਉੱਥੋਂ ਦੀਆਂ ਏਜੰਸੀਆਂ ਵੱਲੋਂ ਸੀ, ਆਪਣੇ ਬੰਦਿਆਂ ਦੇ ਵਿੱਚ ਜਿਹੜੀਆਂ ਕੋਈ ਰੈਡੀਕਲ ਧਿਰਾਂ? ਮੈਨੂੰ ਜਰਾ ਖੁੱਲ ਕੇ ਦੱਸਿਓ। ਇਹ ਮਾਜਰਾ ਤੁਸੀਂ ਬੜਾ ਅਹਿਮ ਖੜਾ ਕਰਤਾ ਹੈ, ਇਹ ਉਸ ਖਬਰ ਨਾਲੋਂ ਵੀ ਅਤ ਅਹਿਮ ਆ। ਇਦੋਂ ਅੱਗੇ ਗੱਲ ਆਪਾਂ ਹਜੇ ਨਹੀਂ ਕਰਨੀ।
ਟਾਈਮ ਦਿਓ, ਆਪਾਂ ਉਹਦੇ ਤੇ ਵਿਚਾਰਾਂਗੇ ਲੰਬੇ ਦਮ। ਇਹ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜੀ ਇਨਫੋਰਮੇਸ਼ਨ ਮੇਰੇ ਕੋਲ ਆਈ ਸੀ ਉਹ ਪੁਲਿਸ ਨੂੰ ਫਾਰਵਰਡ ਕਰ ਦਿੱਤੀ ਆ। ਪੁਲਿਸ ਉਹਦੇ ਤੇ ਇਨਕੁਆਇਰੀ ਕਰ ਰਹੀ ਹੈਗੀ ਆ। ਸੋ ਉਹ ਕੀ ਉਹਦੇ ਪਿੱਛੇ ਇਨਵੈਸਟੀਗੇਸ਼ਨ ਹੈਗੀ, ਕਿਉਂਕਿ ਹਜੇ ਤੱਕ ਉਹਦੇ ਬਾਰੇ ਕੋਈ ਕੁਝ ਕਹਿ ਨਹੀਂ ਸਕਦੇ। ਸੋ ਉਹ ਮਤਲਬ ਉਹਦੇ ਤੇ 12-14 ਘੰਟੇ ਸਾਨੂੰ ਉਹਦੇ ਤੇ ਕੰਮ ਕਰਨਾ ਪਿਆ। ਜਥੇਦਾਰ ਨੂੰ ਕਤਲ ਕਰਨ ਦੀ ਯੋਜਨਾ ਸੀ। ਹਾਂਜੀ। ਓਹੋ, ਵੈਰੀ ਸੈਡ। ਤੁਸੀਂ ਚਲੇ ਜਾਓ, ਅਸੀਂ ਤੁਹਾਨੂੰ ਜ਼ਿਆਦਾ ਨਹੀਂ ਰੋਕਦੇ, ਤੁਸੀਂ ਛੱਡ ਸਕਦੇ ਹੋ। ਮੈਂ ਕੋਸ਼ਿਸ਼ ਕਰਦਾ ਕਿ ਤੁਹਾਨੂੰ ਇਧਰੋਂ ਫ੍ਰੀ ਕਰਦੇ ਆ। ਤੁਸੀਂ ਆਪਣਾ ਪ੍ਰੋਗਰਾਮ ਅੱਗੇ ਕਰੋ, ਅਸੀਂ ਕਰਾਂਗੇ ਇੱਥੇ ਅੱਗੇ ਗੱਲ। ਮੈਂ ਚਾਹੂੰਗਾ ਕਿ ਅਸੀਂ ਜਿਹੜਾ ਇਹ ਪ੍ਰੋਗਰਾਮ ਨੂੰ ਅੱਗੇ ਵਧਾਈਏ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਤਾਂ ਮੱਲੀ ਸਾਹਿਬ ਤਾਂ ਜਾ ਚੁੱਕੇ ਆ ਔਰ ਲਾਂਬਾ ਸਾਹਿਬ ਸਾਡੇ ਨਾਲ। ਲਾਂਬਾ ਸਾਹਿਬ, ਮੈਨੂੰ ਇਹ ਇੱਕ ਜਿਹੜੀ ਖਬਰ ਮਿਲ ਰਹੀ ਹੈ, ਜਿਹੜੀ ਮੱਲੀ ਸਾਹਿਬ ਹੁਣੇ ਡਿਸਕਲੋਜ਼ ਕਰਕੇ ਗਏ ਆ ਕਿ ਸਿੰਘ ਸਾਹਿਬ ਅੰਡਰ ਥ੍ਰੈਟ ਸੀਗੇ, ਉਹਨਾਂ ਨੂੰ ਜਾਨ ਦਾ ਖਤਰਾ ਸੀ। ਇਹ ਤਾਂ ਬੜਾ ਸੈਂਸਿਟਿਵ ਮਸਲਾ ਹੈ। ਅਸੀਂ ਤਾਂ ਗੱਲ ਕਿਸੇ ਹੋਰ ਜਗ੍ਹਾ ਤੇ ਸੀ, ਗੱਲ ਕਿਤੇ ਹੋਰ ਪਹੁੰਚ ਗਏ। ਲੇਕਿਨ ਇhtiyਾਤ ਵਰਤਣੀ ਚਾਹੀਦੀ ਆ। ਜਦੋਂ ਇਹੋ ਜਿਹੇ ਪ੍ਰੋਗਰਾਮ ਬਣਦੇ ਆ, ਉਹਨਾਂ ਨੂੰ ਬਹੁਤ ਸੋਚ ਸਮਝ ਕੇ ਬਣਾਉਣਾ ਚਾਹੀਦਾ। ਕਿਹੜੀਆਂ ਧਿਰਾਂ ਬੁਲਾ ਰਹੀਆਂ, ਕਿਵੇਂ ਉੱਥੇ ਦੇ ਪ੍ਰੋਗਰਾਮ ਹੋਣੇ ਆ। ਜਿਵੇਂ ਹਾਊਸ ਆਫ ਕਾਮਨਸ ਦੀ ਗੱਲ ਆ, ਪ੍ਰੋਗਰਾਮ ਬਣ ਕੇ ਕੈਂਸਲ ਹੁੰਦਾ, ਉੱਥੇ ਹੋਰ ਤਰ੍ਹਾਂ ਦੇ ਲੋਕਾਂ ਦਾ 11ਵੇਂ ਨੰਬਰ ਤੇ ਜਥੇਦਾਰ ਦਾ ਆਉਣਾ। ਇਹਨਾਂ ਸਾਰੇ ਮਸਲਿਆਂ ਨੂੰ ਐਡਰੈਸ ਕਰ ਦਿਓ, ਕਿਉਂਕਿ ਰਾਤ ਬਹੁਤ ਹੋ ਚੁੱਕੀ ਆ ਤੇ ਮੈਂ ਸਮਝਦਾ ਕਿ ਆਪਾਂ ਇਹਨਾਂ ਮਸਲਿਆਂ ਨੂੰ ਸੰਖੇਪ ਦੇ ਵਿੱਚ ਪੂਰਾ ਐਡਰੈਸ ਕਰ ਲਈ। ਜੀ ਬਿਲਕੁਲ, ਇਹਦਾ ਮਤਲਬ ਇਹ ਹੈਗਾ ਕਿ ਗੱਲ ਖਾਲੀ ਚਿੱਠੀ ਦੀ ਨਹੀਂ ਸੀ। ਚਿੱਠੀ ਤਾਂ ਇੱਕ ਉੱਪਰਲੀ ਪਰਤ ਸੀਗੀ। ਇਹਦਾ ਮਤਲਬ ਉਹਦੇ ਵਿੱਚ ਕੋਈ ਬਹੁਤ ਡੂੰਘੀ ਸਾਜ਼ਿਸ਼ ਹੈ, ਜਿਹੜਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਅਟੈਕ ਹੈ ਕਿਸੇ ਕਿਸਮ ਦੀ, ਭਾਵੇਂ ਉਹ ਚਿੱਠੀ ਦੇ ਰੂਪ ਵਿੱਚ ਹੈ, ਭਾਵੇਂ ਉਹਨਾਂ ਜਥੇਦਾਰ ਦੇ ਪਰਸਨਲ ਉਹਨਾਂ ਦੀ ਸੇਫਟੀ ਦੇ ਉੱਤੇ, ਜਾਂ ਉਹਨਾਂ ਦੇ ਉੱਤੇ ਕਿਸੇ ਕਿਸਮ ਦੀ ਸਾਜ਼ਿਸ਼ ਹੈ। ਤਾਂ ਕੁਦਰਤੀ ਤੌਰ ਦੇ ਉੱਤੇ ਇਹ ਬਹੁਤ ਚੰਗੀ ਗੱਲ ਹੈ ਕਿ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮੱਲੀ ਸਾਹਿਬ ਗੁਰਮੇਲ ਸਿੰਘ ਜੀ, ਉਹਨਾਂ ਨੇ ਇਹ ਸਾਰਾ ਮਾਮਲਾ ਪੁਲਿਸ ਨੂੰ ਦਿੱਤਾ ਹੈ। ਔਰ ਉਮੀਦ ਹੈ ਕਿ ਉੱਥੇ ਦੀਆਂ ਏਜੰਸੀਆਂ ਇਸ ਨੂੰ ਪੂਰੀ ਤਹਿ ਦਿਲ ਔਰ ਪੂਰੇ ਤਨਦੇਹੀ ਦੇ ਨਾਲ ਔਰ ਡੂੰਘਾਈ ਤੱਕ ਜਾ ਕੇ ਦੀ ਕਰਨਗੀਆਂ। ਪਰ ਆਉਣ ਵਾਲਾ ਸਮਾਂ ਇਹਦਾ ਮਤਲਬ ਹੈਗਾ ਕਿ ਕਿਉਂਕਿ ਸਿੱਖਾਂ ਦੀ ਹਸਤੀ ਤੇ ਹੋਂਦ ਅਕਾਲ ਤਖਤ ਸਾਹਿਬ ਦੇ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ। ਔਰ ਜੇਕਰ ਕਿਸੇ ਨੂੰ ਕੋਈ ਡਰ ਹੈ, ਜਿਵੇਂ ਮੈਂ ਅੱਗੇ ਵੀ ਕਈ ਵਾਰੀ ਜ਼ਿਕਰ ਕਰ ਚੁੱਕਾ ਤੁਹਾਡੇ ਨਾਲ ਵੀ, ਕਿ ਬਾਕੀ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਦੋ ਅਥਾਰਟੀਜ਼ ਉਹਨਾਂ ਦੇ ਉੱਤੇ ਹੈਗੀਆਂ। ਇੱਕ ਉਹਨਾਂ ਦੇ ਉੱਤੇ ਕਨਸਟੀਟਿਊਸ਼ਨਲ ਅਥਾਰਟੀ ਹੈ, ਦੂਜੀ ਅਥਾਰਟੀ ਉਹਨਾਂ ਦੇ ਉੱਤੇ ਅਕਾਲ ਤਖਤ ਸਾਹਿਬ ਦੀ ਹੈਗੀ ਹੈ। ਇਹ ਡਿਊਐਲਿਟੀ ਆਫ ਅਥਾਰਟੀ ਦੇ ਅੰਦਰ ਰਹਿੰਦੇ ਹੈ। ਇਹ ਜਿਹੜੀ ਹੈ ਸਰਕਾਰਾਂ ਨੂੰ ਔਰ ਜਿਹੜੀਆਂ ਦੂਜੀਆਂ ਸਿੱਖ ਵਿਰੋਧੀ ਤਾਕਤਾਂ ਨੂੰ ਇਹ ਹਜ਼ਮ ਨਹੀਂ ਹੁੰਦੀ ਕਿ ਸਿੱਖ ਜਿਹੜੇ ਹੈ ਅਕਾਲ ਤਖਤ ਦਾ ਹੁਕਮ ਕਿਉਂ ਮੰਨਦੇ ਆ। ਅਕਾਲ ਤਖਤ ਦੇ ਹੁਕਮ ਨੂੰ ਰੋਕਣ ਲਈ ਹੀ ਅੱਗੇ ਵੀ ਜ਼ਿਕਰ ਹੋਇਆ, ਸਰਕਾਰ ਵੱਲੋਂ ਕਲੀਅਰ ਕੀਤਾ ਗਿਆ ਸੀ ਇੱਥੋਂ ਕਿਸੇ ਕਿਸਮ ਦੀ ਕੋਈ ਰਾਜਨੀਤਿਕ ਗੱਲ ਨਾ ਕੀਤੀ ਜਾਏ। ਔਰ ਹੁਣ ਵੀ, ਕਿਉਂਕਿ ਅਗਰ ਜਥੇਦਾਰ ਕੇਵਲ ਖਾਲੀ ਪ੍ਰਚਾਰ ਪ੍ਰਸਾਰ ਕਰਦੇ ਆ, ਗੁਰਬਾਣੀ ਦਾ ਕਰਦੇ ਆ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਪਰ ਜਦੋਂ ਉਹ ਰਾਜਨੀਤਿਕ, ਪੰਥਕ, ਧਾਰਮਿਕ ਉਹ ਸਾਰੀਆਂ ਚੀਜ਼ਾਂ ਮਿਲਾ ਕੇ ਕਰਦੇ ਆ, ਜਿਵੇਂ ਉਹ ਅਕਬਰ ਅਲ ਆਬਾਦੀ ਨੇ ਸ਼ਾਇਦ ਕਿਹਾ ਸੀ, ਜਾਂ इकबाल ने मुल्ला को जो है मस्जिद में जाने की इजाजत, नादां ये समझता है कि इस्लाम है आजाद। सिख आजाद नहीं हो जाता जेकर उसनू सिर्फ हरमंदिर साहब जाके अपनी पाठ और सारे कीर्तन और शब्द कीर्तन करने की इजाजत होए। गल जिहड़ा हैगा हरमंदिर साहब ते अकाल तख्त ते दो अथॉरिटीज है, इन्हां दोनों दा संयुक्त रूप विच, जॉइंट रूप विच जिहड़ा उत्थे फिलासफी है, ये हमला उस दे उत्ते मन्निया जा सकदा है। और तुसी बड़ा चंगा कीता है कि कुदरत नेम नाल देव नैत नाल ये उन्हां ने दस्सिया है। और शायद पहला तुसी इसनू सब तो ज्यादा उजागर कर रहे होवोगे और इनू पूरी सिख कौम नू गंभीरता नाल लेना चाहिए, क्योंकि ये जथेदार ते नहीं हैगा, ये पूरी कौम दे उत्ते अगर ये चीज कर रही है। और इन्हां नू पूरा, और ये क्रेडिट तुहानू भी जांदा है कि तुहाडे राहीं भावें मसले ते गल नहीं सी करनी पर ये हो गई। और इसनू श्रोमणी गुरुद्वारा प्रबंधक कमेटी नू और सारी एजेंसीज नू, इन्हां नू सरकार, भारत सरकार नू भी इहदे ते पूरी तरह करके इहदी इंक्वायरी करा के, और वो बंदे जिन्हां ने इहदा मतलब दोनों दियां तारां जुड़ियां ते नहीं, जिन्हां ने नकली चिट्ठी जारी की। इस तो पहले भी मैं दस्सिया कि उन्होंने चिट्ठी नकली जारी की गई और अकाल तख्त साहब के नां ते अकाल तख्त साहब ने फिर एक बकायदा चिट्ठी भी जारी की कि बहुत चंगा होया। ਇਹਦਾ ਮਤਲਬ ਹੈ ਸਾਜ਼ਿਸ਼ਾਂ ਅਕਾਲ ਤਖਤ ਸਾਹਿਬ ਦੇ ਵਿਰੁੱਧ ਇਹ ਗੋਂਦਾਂ ਗੁੰਦੀਆਂ ਜਾ ਰਹੀਆਂ। ਇਹਨੂੰ ਪੂਰੀ ਤਰ੍ਹਾਂ ਠੱਲ ਲਾਉਣ ਦੀ ਲੋੜ ਹੈ ਔਰ ਜਿਹਦੇ ਵਿੱਚ ਤੁਸੀਂ ਬੜਾ ਵੱਡਾ ਰੋਲ ਅਦਾ ਕਰ ਸਕਦੇ ਹੋ। ਬਹੁਤ ਮਿਹਰਬਾਨੀ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਜੀ, ਤੁਸੀਂ ਬੜੀ ਤਰੱਦਦ ਨਾਲ ਅਕਸਰ ਜਦੋਂ ਵੀ ਕੋਈ ਇਹੋ ਜਿਹਾ ਮਸਲਾ ਆਉਂਦਾ ਹੈ ਤਾਂ ਸਾਡਾ ਸਾਥ ਦਿੰਦੇ ਹੋ। ਔਰ ਮੈਂ ਫਿਰ ਇੱਕ ਵਾਰੀ
ਇੱਕ ਵਾਰੀ ਰਿਪੀਟ ਕਰੂੰਗਾ ਕਿ ਸਾਡੀਆਂ ਵੱਡੀਆਂ ਸੰਸਥਾਵਾਂ ਨੂੰ ਚਾਹੀਦਾ ਕਿ ਉਹ ਇਨ ਟਾਈਮ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਨੂੰ ਕਰੈਕਟ ਕਰਨ। ਉਹ ਜੇਕਰ ਕਰੈਕਟ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਹਨੂੰ ਹੋਲਡ ਕਰਨ ਲਈ ਇਹ ਕਹਿਣ ਕਿ ਅਸੀਂ ਜੋ ਵੀ ਵਾਇਰਲ ਹੋ ਰਿਹਾ, ਜੋ ਵੀ ਆਲੇ ਦੁਆਲੇ ਚ ਫੈਲ ਰਿਹਾ, ਉਸ ਭਰਮ ਦੇ ਉੱਤੋਂ ਪਰਦਾ ਚੱਕਣ ਤੱਕ ਸ਼ਾਂਤੀ ਬਣਾਈ ਰੱਖਣ ਲਈ ਕਹਿਣ। ਲੇਕਿਨ ਜਿਹੜੀ ਗੱਲ ਸਿੰਘ ਸਾਹਿਬ ਨੂੰ ਕਤਲ ਕਰਨ ਦੀ, ਸਿੰਘ ਸਾਹਿਬ ਨੂੰ ਜਾਨ ਦੇ ਥ੍ਰੈਟ ਦੀ ਜਿਹੜੀ ਗੱਲ ਆਈ ਆ, ਇਹ ਬਹੁਤ ਵੱਡਾ ਮਸਲਾ ਹੈ। ਔਰ ਭਾਰਤ ਸਰਕਾਰ ਨੂੰ, ਸ਼੍ਰੋਮਣੀ ਕਮੇਟੀ ਭਾਰਤ ਸਰਕਾਰ ਕੋਲ ਮਸਲਾ ਉਠਾਵੇ ਔਰ ਭਾਰਤ ਸਰਕਾਰ ਸੰਬੰਧਿਤ ਗਵਰਨਮੈਂਟ ਕੋਲ ਇਹ ਪੱਖ ਰੱਖੇ ਕਿ ਇਹ ਯਕੀਨੀ ਬਣਾਇਆ ਜਾਵੇ ਚਿੱਠੀ, ਫੇਕ ਚਿੱਠੀ ਨੂੰ ਵਾਇਰਲ ਕਰਨ ਤੋਂ ਲੈ ਕੇ ਇਸ ਥ੍ਰੈਟ ਦੀਆਂ ਕੋਈ ਆਪਸ ਵਿੱਚ ਕੋਈ ਗੋਂਦਾਂ ਜਾਂ ਕੁਝ ਆਪਸ ਵਿੱਚ ਤਾਰਾਂ ਜੁੜਦੀਆਂ ਨੇ। ਮੈਂ ਧੰਨਵਾਦ ਕਰਦਾ ਹਾਂ, ਤੁਸੀਂ ਕਾਫੀ ਸਮਾਂ ਦਿੱਤਾ, ਬਹੁਤ ਮਿਹਰਬਾਨੀ ਜੀ। ਬਹੁਤ ਬਹੁਤ ਧੰਨਵਾਦ। ਤੇ ਅਖੀਰ 'ਚ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਕਿ ਇਹ ਮਸਲਾ ਬਹੁਤ ਹੀ, ਔਰ ਜਿਹੜਾ ਜਥੇਦਾਰ ਅਕਾਲ ਤਖਤ ਸਾਹਿਬ ਦੀ ਕਿਧਰੇ ਵੀ ਜਾਂਦੇ ਹੈ ਉਹ ਉਹਨਾਂ ਦੀ ਨਿੱਜੀ ਨਹੀਂ ਹੈ। ਅਕਾਲ ਤਖਤ ਦਾ ਜਥੇਦਾਰ ਬਣ ਜਾਣ ਦੇ ਬਾਅਦ ਉਹ ਸਾਰਾ ਕੁਝ ਪੰਥ ਦਾ ਹੀ ਹਿੱਸਾ ਹੋ ਜਾਂਦਾ ਹੈ, ਉਹਨਾਂ ਦਾ ਨਿੱਜੀ ਕੁਝ ਨਹੀਂ ਹੈ। ਔਰ ਇਸ ਚੀਜ਼ ਸੋਚ ਕੇ ਕਰਨ ਕਿ ਉਹ ਹੁਣ ਪੂਰੇ ਪੰਥ ਦੀ ਨੁਮਾਇੰਦਗੀ ਕਰ ਰਹੇ ਆ, ਅਸੀਂ ਵੀ ਉਹਨਾਂ ਨੂੰ ਉਸੇ ਰੂਪ ਵਿੱਚ ਵੇਖਣਾ ਚਾਹੁੰਦੇ ਹਾਂ। ਜੀ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।